ਇੱਕ ਸਿੱਖ ਪਰਿਵਾਰ 'ਚ ਪੈਦਾ ਹੁੰਦੇ ਹੋਏ ਮਾਂ ਨੇ ਇੱਕ ਚੀਜ਼ ਜ਼ਰੂਰ ਸਿਖਾਈ ਸੀ ਕਿ ਪੁੱਤ ਸਾਰਿਆਂ ਦੀ ਰਿਸਪੈਕਟ ਕਰਨੀ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਹਰ ਰੋਜ਼ ਪੜ੍ਹਨਾ ਹੈ ਤੇ ਉਹਦੇ ਉੱਤੇ ਵਿਚਾਰ ਕਰਨਾ ਹੈ। ਪੜ੍ਹਨਾ, ਆਪਦੇ ਮਾਂ ਨੂੰ ਪੁੱਛਣਾ ਕਿ ਇਹਦਾ ਕੀ ਮਤਲਬ ਹੈ। ਉਹਨੇ ਜਿੰਨਾ ਕਿ ਉਹਨੂੰ ਪੜ੍ਹੀ ਸੀਗੀ ਉਹਨੇ ਦੱਸਣਾ ਉਸ ਗੱਲ ਨੂੰ ਕਿ ਪੁੱਤ ਇਹਦਾ ਮਤਲਬ ਇਹ ਆ। ਤੇ ਉਹਨੂੰ ਪੜ੍ਹਦੇ ਹੋਏ ਜ਼ਿੰਦਗੀ ਦਾ ਸਫ਼ਰ ਅੱਗੇ ਵੱਧਦਾ ਗਿਆ। ਸਮਾਂ ਇਸ ਤਰ੍ਹਾਂ ਦਾ ਹੋਇਆ ਜ਼ਿੰਦਗੀ ਦਾ ਕਿ ਮੈਂ ਇੱਕ ਸੈਂਟਰਲ ਲੰਡਨ ਦੇ ਵਿੱਚ ਕਾਲਜ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰਤਾ। ਉਹ ਪੜ੍ਹਾਉਂਦੇ ਹੋਏ ਜਦੋਂ ਇੱਕ ਬੰਦੇ ਨੇ ਕ੍ਰਿਸਮਸ ਕਮਿਊਨਲ ਲੰਚ ਤੇ, ਤੁਹਾਨੂੰ ਪਤਾ ਕ੍ਰਿਸਮਸ ਦੇ ਵਿੱਚ ਜਦੋਂ ਲੰਚ ਆਪਾਂ ਕਰਦੇ ਹਾਂ, ਗੋਰੇ ਸ਼ਰਾਬ ਵੀ ਪੀਂਦੇ ਆ, ਇੱਕ ਦੂਜੇ ਨੂੰ ਤੋਹਫੇ ਵੀ ਦਿੰਦੇ ਆ। ਉਹਨਾਂ ਦਾ ਇੱਕ ਹੁੰਦਾ ਸੀਕਰੇਟ ਸਾਂਟਾ। ਉਹ ਮੇਰਾ ਸੀਕਰੇਟ ਸਾਂਟਾ ਸੀ ਤੇ ਉਹਨੇ ਮੈਨੂੰ ਕੁਰਾਨੇ ਮਜੀਦ ਤੋਹਫਾ ਦੇਤਾ, ਜਿਹੜੀ ਕਿ ਇਹ ਵਾਲੀ। ਉਸ ਸਮੇਂ ਮੈਨੂੰ ਇਸਲਾਮ ਦਾ ਸਿਰਫ ਇੰਨਾ ਪਤਾ ਸੀ ਕਿ ਮਾਂ ਦੇ ਪੈਰਾਂ ਜੰਨਤ ਹੁੰਦੀ ਏ। ਉਹ ਤੋਂ ਇਲਾਵਾ ਨਾ ਅੱਗੇ ਨਾ ਪਿੱਛੇ ਕੁਛ ਨਹੀਂ ਪਤਾ ਸੀ। ਮੈਂ ਉਹਨਾਂ ਨਾਲ ਫਿਰ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਗੱਲਾਂ ਹੁੰਦੇ ਹੁੰਦੇ ਮੈਂ ਉਹਨਾਂ ਦੀ ਕੁਰਾਨੇ ਮਜੀਦ ਪੜ੍ਹਨੀ ਸ਼ੁਰੂ ਕਰਤੀ। ਮੈਂ ਉਹਨਾਂ ਨੂੰ ਸਵਾਲ ਪੁੱਛਣੇ। ਉਸ ਟਾਈਮ ਮੈਂ ਇਸਲਾਮ ਕਬੂਲ ਕਰ ਲਿਆ ਸੀ। ਇੱਕ ਵਾਰੀ ਅਸੀਂ ਦਾਵਾ ਕਰਨ ਚਲੇ ਗਏ, ਜਿੱਦਾਂ ਆਪਾਂ ਤਬਲੀਗ ਕਰਦੇ ਹਾਂ ਉਹ ਦਾਵਾ ਕਰਦੇ ਨੇ। ਉਹ ਦਾਅਵੇ ਦੇ ਵਿੱਚ ਹੰਸਲੋ ਵੈਸਟ ਦੇ ਵਿੱਚ ਉੱਥੋਂ ਦਾ ਪ੍ਰੈਜ਼ੀਡੈਂਟ ਮੈਨੂੰ ਕਹਿੰਦਾ ਤੂੰ ਅਮਰ ਸਿੰਘ ਹੁਣ ਸੁੰਨੀ ਮੁਸਲਮਾਨ ਬਣ ਗਿਆ, ਤੂੰ ਇਹ ਬਹੁਤ ਚੰਗਾ ਕੰਮ ਕੀਤਾ ਹੈ ਤੇ ਤੈਨੂੰ 72 ਹੂਰਾਂ ਮਿਲਣਗੀਆਂ ਉੱਤੇ ਜਦੋਂ ਜਾਏਗਾ। ਤੇ ਮੈਨੂੰ ਸ਼ਰਮ ਵੀ ਬਹੁਤ ਆਈ ਤੇ ਮੈਂ ਕਿਹਾ ਪ੍ਰੈਜ਼ੀਡੈਂਟ ਸਾਹਿਬ, ਮੈਂ ਇਸ ਕਰਕੇ ਨਹੀਂ ਆਇਆ ਇਸਲਾਮ 'ਚ। ਮੈਨੂੰ ਆਖਰਤ ਦਾ ਡਰ ਹੈ ਕਿ ਮੈਂ ਅੱਲਾਹ ਤਾਲਾ ਦੇ ਸੱਜੇ ਪਾਸੇ ਖੜੇ ਹੋਣਾ ਹੈ ਜਦੋਂ ਮੈਂ ਕੁਰਾਨੇ ਮਜੀਦ ਨੂੰ ਪੜ੍ਹਿਆ, ਕਿਉਂਕਿ ਇਹੀ ਚੀਜ਼ਾਂ ਮੈਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦਾ ਸੀਗਾ। ਤੇ ਤੁਸੀਂ ਇਸ ਚੀਜ਼ ਤੇ ਮੈਂ ਕਿਹਾ ਅੱਲਾਹ, ਅਗਰ ਮੇਰੀ ਜੇ 72 ਹੂਰਾਂ ਦੀ ਡਿਜ਼ਾਇਰ ਹੈ ਜਾਂ ਲਸਟ ਹੈ ਤਾਂ ਮੈਂ ਆਪਦੀ ਇਸ ਸੋਲ ਦਾ ਇੱਕ ਗੁਲਾਮ ਆ। ਉਹਨਾਂ ਨੂੰ ਉਹ ਗੱਲ ਚੰਗੀ ਨਹੀਂ ਲੱਗੀ, ਪਰ ਮੇਰੀ ਤਾਂ ਸਫ਼ਰ ਸੀਗਾ। ਮੈਂ ਇਸਲਾਮ ਨੂੰ ਕਬੂਲ ਕੀਤਾ ਹੋਇਆ ਸੀ ਕਿ ਇਹ ਇੱਕ ਮੈਰਾਥਨ ਹੈ, ਇਹ ਸਪ੍ਰਿੰਟ ਨਹੀਂ ਹੈਗੀ 100 ਮੀਟਰ। ਇਹ ਮੈਰਾਥਨ ਦੇ ਵਿੱਚ ਇਹ ਆਖਰਤ ਤੱਕ ਜਾਣੀ ਹੈ। ਉਹਨੂੰ ਪੜ੍ਹਦੇ ਹੋਏ ਅਗਰ ਤੁਸੀਂ ਹਾਈਡ ਪਾਰਕ ਜਾਓ, ਉਹਦੇ ਕੋਲ ਇੱਕ ਵੱਡੀ ਮਸਜਿਦ ਹੈ, ਰੀਜੈਂਟਸ ਪਾਰਕ ਮੌਸਕ ਕਹਿੰਦੇ ਆ। ਮੈਂ ਉੱਥੇ ਨਮਾਜ਼ ਪੜ੍ਹਨ ਚਲੇ ਜਾਣਾ, ਕਿਉਂਕਿ ਵਾਰਨ ਸਟਰੀਟ ਤੇ ਮੈਂ ਪੜ੍ਹਾਉਂਦਾ ਸੀ। ਅਸੀਂ ਦਾਵਾ ਵੀ ਕਰਨ ਜਾਂਦੇ ਰਹੇ ਬਹੁਤ ਜਗ੍ਹਾ ਤੇ। ਨਮਾਜ਼ ਸਿੱਖ ਲਈ। ਉਹ ਕਹਿੰਦੇ ਸਜਦਾ ਤੂੰ ਕਰਦਾ ਹੈ। ਪਹਿਲਾਂ ਸਿੱਖ ਸੀਗਾ ਉਦੋਂ ਵੀ ਸਜਦਾ ਕਰਦਾ ਸੀ, ਪਰ ਅਗਰ ਸੁੰਨੀਆਂ ਨੂੰ ਦੇਖਦੇ ਹੋਏ ਉਦੋਂ ਮੈਨੂੰ ਇਹ ਵੀ ਨਹੀਂ ਪਤਾ ਸੀ ਸੁੰਨੀ, ਸ਼ੀਆ, ਇਸਮਾਇਲੀ ਇਹ ਸਾਰੇ ਕੀ ਹੁੰਦੇ ਨੇ। ਮੈਨੂੰ ਇੰਨਾ ਪਤਾ ਸੀ ਕਿ ਮੈਂ ਸੱਚ ਨੂੰ ਚੁਣਨਾ ਹੈ। ਗੁਰੂ ਗ੍ਰੰਥ ਸਾਹਿਬ ਛੋਟੇ ਹੁੰਦੇ ਮੈਂ ਪੜ੍ਹਦਾ ਸੀਗਾ, ਉਹ 'ਚ ਲਿਖਿਆ ਸੀ ਬਾਬੇ ਨਾਨਕ ਨੇ ਕਿ ਅਗਰ ਉਹ ਔਰਤਾਂ ਜਿਹੜੀਆਂ ਅਸਮਾਨ ਤੇ ਰਹਿੰਦੀਆਂ ਸੁੰਦਰੀਆਂ ਤੈਨੂੰ ਮਿਲ ਵੀ ਜਾਣ, ਉਹ ਸਾਰੀਆਂ ਐਂ ਹੀ ਜ਼ਾਇਆ ਹੋ ਜਾਣਗੀਆਂ। ਉਹ ਜਦੋਂ ਪ੍ਰੈਜ਼ੀਡੈਂਟ ਸਾਹਿਬ ਨੇ 72 ਹੂਰਾਂ ਦੀ ਗੱਲ ਕੀਤੀ, ਮੈਂ ਕਿਹਾ ਜੀ ਇਹੀ ਤਾਂ ਮੈਂ ਪੜ੍ਹਦਾ ਸੀ, ਤੁਸੀਂ ਮੈਨੂੰ ਇਹੀ ਦੱਸੀ ਜਾਂਦੇ ਹੋ। ਉਹ ਉੱਥੋਂ ਇੱਕ ਟਰਨਿੰਗ ਪੁਆਇੰਟ ਸੀਗਾ ਕਿ ਮੈਂ ਕਿਹਾ ਇਹਦੇ ਤੇ ਹੋਰ ਰਿਸਰਚ ਕਰਨੀ ਚਾਹੀਦੀ ਆ, ਜਾਂ ਤਾਂ ਮੇਰੀ ਸਮਝ ਸਹੀ ਨਹੀਂ ਹੈਗੀ ਜਾਂ ਇਹਨਾਂ ਦੀ ਸਮਝ 'ਚ ਫਰਕ ਹੈ। ਤੇ ਲੇਕਿਨ ਉਹਨਾਂ ਦਾ ਜਿਹੜੀ ਇੱਕ ਪੁਆਇੰਟ ਸੀਗਾ, ਉਹ ਕਹਿੰਦੇ ਹਸ਼ਰ ਵਾਲੇ ਦਿਨ ਅੱਲਾਹ ਤਾਲਾ ਬੰਦਿਆਂ ਨੂੰ ਐ ਫੜ ਕੇ ਡਰੈਗ ਕਰਨਗੇ। ਉਹ ਮੈਂ ਮਜ਼ਾਕ 'ਚ ਉਹਨਾਂ ਨੂੰ ਕਹਿ ਬੈਠਾ, ਮੈਂ ਕਿਹਾ ਜਿਹਦੇ ਵਾਲ ਨਾ ਹੋਏ, ਗੰਜਾ ਹੋਇਆ, ਉਹਨੂੰ ਕਿਵੇਂ ਖਿੱਚਣਗੇ। ਉਹਨਾਂ ਨੂੰ ਬੁਰੀ ਲੱਗੀ ਗੱਲ। ਮੈਂ ਕਿਹਾ ਵੈਸੇ ਵੀ ਅੱਲਾਹ ਤਾਲਾ ਵੇਲੇ ਨਹੀਂ ਬੈਠੇ ਹਸ਼ਰ ਵਾਲੇ ਦਿਨ ਕਿ ਅਮਰ ਸਿੰਘ ਆਓ, ਤੁਸੀਂ 50 ਗਲਤੀਆਂ ਕੀਤੀਆਂ, ਹੁਣ ਤੁਹਾਨੂੰ ਉੱਥੋਂ ਇੱਥੇ ਤੱਕ ਖਿੱਚ ਕੇ ਲੈ ਕੇ ਜਾਵਾਂਗੇ। ਉਹ ਕਿਸੇ ਨੂੰ ਨਹੀਂ ਪਤਾ ਕੀ ਹੋਣਾ ਹੈ। ਉਹਨਾਂ ਨੇ ਮੈਨੂੰ ਇੱਕ ਚੀਜ਼ ਹੋਰ ਦੱਸੀ। ਹੁਣ ਕਹਿੰਦੇ ਨਮਾਜ਼ ਦੀ ਇੰਪੋਰਟੈਂਸ ਤੈਨੂੰ ਪਤਾ ਚੱਲ ਗਈ ਹੈ, ਨਮਾਜ਼ ਤੁਸੀਂ ਘਰੇ ਨਹੀਂ ਪੜ੍ਹਨੀ, ਬਾਹਰ ਜਾ ਕੇ ਪੜ੍ਹਨੀ ਹੈ। ਮੈਂ ਕਿਹਾ ਜੀ ਠੀਕ ਹੈ, ਬਾਹਰ ਪੜ੍ਹ ਲੈਂਦੇ ਹਾਂ। ਤੇ ਕਹਿੰਦੇ ਇੱਕ ਮਸਜਿਦ ਹੈ ਕਾਦੀਆਨੀਆਂ ਦੀ, ਉੱਥੇ ਨਹੀਂ ਜਾਣਾ, ਬਾਕੀ ਸਾਰੀਆਂ ਮਸਜਿਦਾਂ 'ਚ ਸੇਫ ਹੈ। ਕਿਉਂਕਿ ਮੇਰੇ ਨਾਲ ਪਹਿਲਾਂ ਹੋ ਚੁੱਕਾ ਸੀ ਈਸਟ ਲੰਡਨ 'ਚ, ਜਦੋਂ ਮੈਂ ਜਾਂਦਾ ਸੀ ਨਮਾਜ਼ ਪੜ੍ਹਨ, ਜਦੋਂ ਮੈਂ ਜਾ ਕੇ ਦੱਸਣਾ ਕਹਿੰਦੇ ਕੀ ਨਾਮ ਹੈ ਆਪਕਾ, ਮੈਂ ਕਿਹਾ ਜੀ ਅਮਰ ਸਿੰਘ ਮਾਨ। ਉਹਨਾਂ ਨੇ ਮੈਨੂੰ ਉੱਤੋਂ ਥੱਲੇ ਦੇਖਣਾ ਸਸਪੀਸ਼ੀਅਸਲੀ, ਸ਼ੱਕ ਦੀ ਨਜ਼ਰ ਨਾਲ। ਮੈਂ ਕਿਹਾ ਜੀ ਮੈਂ ਮੁਸਲਮਾਨ ਹਾਂ, ਨਮਾਜ਼ਾਂ ਪੜ੍ਹਨ ਲੱਗ ਪਿਆ। ਮੈਂ ਜਦੋਂ ਇੱਧਰ ਗਿਆ, ਮੈਂ ਕਿਹਾ ਹੁਣ ਸਰਚ ਕੀਤੀ ਜਾਵੇ ਇਸ ਮਸਜਿਦ ਜਿੱਥੇ ਮਨਾ ਕੀਤਾ ਹੈ। ਕਹਿੰਦੇ ਤੂੰ ਬੱਚਾ, ਤੈਨੂੰ ਨਹੀਂ ਪਤਾ ਇਹਦੇ ਬਾਰੇ। ਮੈਂ ਕਿਹਾ ਜੀ ਨਹੀਂ ਦੱਸੋ ਮੈਨੂੰ। ਕਹਿੰਦੇ ਮੈਂ ਬੱਚਾ ਥੋੜ੍ਹੀ ਹਾਂ, ਮੈਂ ਇੱਕ ਇੰਡੀਪੈਂਡੈਂਟ ਇਨਸਾਨ ਹਾਂ। ਕਹਿੰਦੇ ਉਹਨਾਂ ਨੇ ਆਪਣਾ ਨਬੀ ਬਣਾਇਆ ਹੋਇਆ। ਮੈਨੂੰ ਨਹੀਂ ਪਤਾ ਸੀ ਉਹ ਪ੍ਰੋਮਿਸਡ ਮਸਾਹ ਇਸਲਾਮ ਬਾਰੇ ਕਹਿ ਰਹੇ ਨੇ। ਮੈਂ ਕਿਹਾ ਜੀ ਠੀਕ ਹੈ। ਮੈਂ ਇੰਟਰਨੈਟ ਤੇ ਗਿਆ, ਚੈੱਕ ਕਰਨਾ ਸ਼ੁਰੂ ਕੀਤਾ, ਅਲ ਇਸਲਾਮ ਦੇ ਉੱਤੇ ਗਿਆ, ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਪ੍ਰੋਮਿਸਡ ਮਸਾਹ ਇਸਲਾਮ ਦੀ ਜਿੰਨੀ ਕੁ ਮੇਰੀ ਨੌਲੇਜ ਸੀ, ਕੋਈ ਗੁਰੂ ਗ੍ਰੰਥ ਸਾਹਿਬ ਨੂੰ ਤਾਂ 20 ਸਾਲਾਂ ਤੋਂ ਪੜ੍ਹ ਰਿਹਾ ਸੀ। ਮੈਂ ਕਿਹਾ ਮੈਂ ਉਹਨੂੰ ਪਹਿਲਾਂ ਬੇਸ ਬਣਾਊਂਗਾ। ਜੋ ਪ੍ਰੋਮਿਸਡ ਮਸਾਹ ਇਸਲਾਮ ਨੇ ਸਿੱਖਾਂ ਬਾਰੇ, ਹਜ਼ਰਤ ਬਾਬਾ ਨਾਨਕ ਬਾਰੇ ਲਿਖਿਆ ਹੈ,
ਜਾਂ ਤਾਂ ਉਹਨਾਂ ਨੇ ਉਸ ਟਾਈਮ ਚੈਟ GPT AI ਗੂਗਲ ਯੂਜ਼ ਕੀਤਾ ਜਿਹੜਾ ਹੈ ਨਹੀਂ ਸੀ, ਜਾਂ ਡਿਵਾਈਨ ਰੈਵਲੇਸ਼ਨ ਹੈ। ਇੱਕ ਹੀ ਗੱਲ ਹੈ, ਅੱਲਾਹ ਤਾਲਾ ਨੇ ਉਹਨਾਂ ਨੂੰ ਦੱਸਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਬ੍ਰਿਜ ਸੰਸਕ੍ਰਿਤ, ਫਾਰਸੀ, ਹਿੰਦੀ, ਉਰਦੂ, ਪੰਜਾਬੀ ਦੇ ਮਿਸ਼ਰਨ ਦੇ ਵਿੱਚ ਲਿਖਿਆ ਹੋਇਆ ਹੈ। ਮੈਂ ਕਿਹਾ ਇਹਨਾਂ ਨੂੰ ਹੋਰ ਪੜ੍ਹਨਾ ਚਾਹੀਦਾ ਹੈ। ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਤਾਂ ਇਹ ਲਿਖਿਆ ਹੈ ਜੇ ਹਜ਼ਰਤ ਬਾਬਾ ਨਾਨਕ ਬਾਰੇ ਇਸ ਤਰ੍ਹਾਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ। ਕਹਿੰਦੇ ਨਹੀਂ ਤੈਨੂੰ ਨਹੀਂ ਪਤਾ। ਤੇ ਉਹਨਾਂ ਨੇ ਰੂਹਾਨੀ ਖਜ਼ਾਨ ਪੜ੍ਹ ਜਾ ਕੇ, ਮੈਂ ਉਹ ਪੜ੍ਹਨੀ ਸ਼ੁਰੂ ਕੀਤੀ। ਉਹ 'ਤੇ ਕਾਫੀ ਗੱਲਾਂ ਹੋਣੀਆਂ ਸ਼ੁਰੂ ਹੋਈਆਂ। ਮੈਂ ਕਿਹਾ ਅੱਲਾਹ ਤਾਲਾ ਤਾਂ ਇਹ ਵੀ ਕਹਿ ਰਿਹਾ ਕਿ ਉਹ ਅੱਲਾਹ ਤਾਲਾ ਅਨਜਸਟ ਨਹੀਂ ਹੈਗਾ, ਜਿਵੇਂ ਚੈਪਟਰ 4 verse 41 'ਚ, ਕਿ ਅਗਰ ਉਹ ਇੱਕ ਐਟਮ, ਜਿੱਦਾਂ ਹੁਣ ਮੈਂ ਇੱਕ ਵਾਲ ਆਪਦਾ ਪੱਟ ਲਾਂ, ਉਹ 'ਚ ਮਿਲੀਅਨ ਐਟਮਸ ਹੋਣਗੇ, ਕਿ ਅੱਲਾਹ ਤਾਲਾ ਇੰਨਾ ਵੀ ਅਨਜਸਟ ਨਹੀਂ ਹੈਗਾ। ਤੇ ਪ੍ਰੋਮਿਸਡ ਮਸਾਇਆ ਸਾਹਿਬ ਨੇ ਜੋ ਇੰਨੀ ਫਿਲੋਸਫੀ ਬਿਊਟੀਫੁਲੀ ਤਰੀਕੇ ਨਾਲ ਲਿਖੀ ਆ, ਤੁਸੀਂ ਲਿਟਰਲ ਲੈ ਰਹੇ ਹੋ ਗੱਲ ਨੂੰ। ਤੇ ਉਹ ਕਹਿੰਦੇ ਅਸੀਂ ਇਹਨੂੰ ਸਕਾਲਰ ਤੱਕ ਮੰਨ ਸਕਦੇ ਹਾਂ। ਸਾਡੀ ਬਹੁਤ ਬਹਿਸ ਹੋਈ, ਮੈਂ ਉਹਦੇ 'ਤੇ ਗੱਲਾਂ ਕਰਦੇ ਹੋਏ ਕਹਿੰਦੇ ਇਹ ਤੋਂ ਅੱਗੇ ਨਹੀਂ ਅਸੀਂ ਮੰਨਣਾ। ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਕੁਰਾਨੇ ਮਜੀਦ ਪੜ੍ਹ, ਉਹ ਜਿਹੜੀ ਕਿ ਉਹਨਾਂ ਦੀ ਵਜ੍ਹਾ ਨਾਲ ਆਪਣੀ ਅਲ ਇਸਲਾਮ ਤੋਂ ਮੈਂ ਡਾਊਨਲੋਡ ਕੀਤੀ, ਕੁਰਾਨੇ ਮਜੀਦ ਪੜ੍ਹਨੀ ਸ਼ੁਰੂ ਕੀਤੀ। ਤੇ ਪੜ੍ਹਦੇ ਹੋਏ ਮੈਂ ਪਹਿਲਾਂ ਮੇਰੀ ਜਿਹੜੀ ਸੀਗੀ ਚੈਪਟਰ 3 verse 55 ਤੇ ਅੜ ਗਈ ਗੱਲ। ਮੈਂ ਕਿਹਾ ਦੇਖਾਂ, ਇਹ ਕਹਿੰਦੇ ਆ ਵੀ ਇਹਨਾਂ ਨੇ ਬਦਲੀ ਆ, ਉਹ ਇਹਦੇ ਵਿੱਚ ਤੇ ਉਹਦੇ ਵਿੱਚ। ਮੈਂ ਕਿਹਾ ਇਹਨਾਂ ਦੋਨਾਂ 'ਚ ਬਹੁਤ ਫਰਕ ਹੈ। ਮੈਂ ਕਿਹਾ ਬਦਲੀ, ਮੈਂ ਕਿਹਾ ਮੈਨੂੰ ਲੱਗਦਾ ਆਪਾਂ ਹੈ। ਤੇ ਉਹ ਥੋੜਾ ਡਿਫੈਂਸਿਵ ਹੋ ਗਏ। ਉਹਨਾਂ ਨੇ ਮੀਟਿੰਗ ਕਾਲ ਕਰ ਲਈ। ਉਹ ਮੀਟਿੰਗ 'ਚ 20 ਬੰਦੇ ਬੈਠ ਗਏ। ਮੈਨੂੰ ਕਹਿੰਦੇ ਅਮਰ ਸਿੰਘ ਦੇਖ, ਤੂੰ ਉੱਥੇ ਜਾ ਰਿਹਾ ਅਹਿਮਦੀਆ ਬਣਨਾ ਚਾਹੁੰਦਾ, ਤੇ ਅਸੀਂ ਤੇਰਾ ਵਿਆਹ ਕਰਾ ਦਿੰਦੇ ਹਾਂ, ਤੈਨੂੰ 60-70 ਹਜ਼ਾਰ ਪਾਉਂਡ ਦੇ ਦਿੰਦੇ ਹਾਂ, ਡੈਗਨਮ 'ਚ ਘਰ ਲੈ ਦਿੰਦੇ ਹਾਂ। ਮੈਂ ਕਿਹਾ ਜੀ ਨਾ ਮੈਨੂੰ ਵਿਆਹ ਦੀ ਲੋੜ ਹੈ ਹਜੇ, ਨਾ ਮੈਂ ਘਰ ਲੈਣਾ ਹੈ, ਤੇ ਪੈਸੇ ਮੈਂ ਵੈਸੇ ਹੀ ਬਹੁਤ ਚੰਗੇ ਕਮਾ ਰਿਹਾ ਹੈ, ਤੇ ਮੈਂ ਇਹਨਾਂ ਚੀਜ਼ਾਂ ਕਰਕੇ ਨਹੀਂ ਆਇਆ ਸੀ। ਉਸ ਸਮੇਂ ਦੌਰਾਨ ਮੈਂ ਸਾਊਥ ਹਾਲ ਮਸਜਿਦ ਜਾਣਾ ਸ਼ੁਰੂ ਕੀਤਾ। ਜਿਹੜੀਆਂ ਗੱਲਾਂ ਤੇ ਸਾਡੀ ਗਰਾਰੀ ਅੜੀ ਹੋਈ ਸੀਗੀ, ਉਹਨਾਂ ਦੇ ਗੱਲ ਚੱਲਦੀ ਗਈ। ਤੇ ਮੈਂ ਅੱਲਾਹ ਤਾਲਾ ਨੂੰ ਦੁਆ ਕਰਦਾ ਸੀ, ਸਾਰੇ ਬੰਦੇ ਆਪਣਾ ਆਪਣਾ ਪੁਆਇੰਟ ਆਫ ਵਿਊ ਦੱਸ ਰਹੇ ਨੇ, ਪਰ ਤੁਸੀਂ ਮੈਨੂੰ ਦੱਸੋ ਕਿ ਇਹ ਜਮਾਤ ਸੱਚੀ ਹੈ ਕਿ ਨਹੀਂ, ਮੈਂ ਤੁਹਾਡੇ ਤੋਂ ਸੁਣਨਾ ਹੈ। ਤੇ ਜਦੋਂ ਮੈਂ ਸਜਦੇ 'ਚ ਹੁੰਦਾ ਸੀ ਤਹੱਜੁਦ ਦੇ ਟਾਈਮ, ਇੱਕ ਦਿਨ ਮੈਨੂੰ ਖਿਆਲ ਆਇਆ ਕਿ ਇਹ ਜਮਾਤ ਸੱਚੀ ਹੈ। ਅੱਲਾਹ ਤਾਲਾ ਟਾਈਮ ਤੇ ਨਬੀ ਭੇਜਦੇ ਆ ਮੇਰੇ ਵਰਗੇ ਛੋਟੇ ਇਨਸਾਨ ਨੂੰ ਵੀ ਬਚਾਉਣ ਲਈ, ਜਿਹੜਾ ਕਿ ਇੱਕ ਹੋਰ ਧਰਮ 'ਚ ਜਾਂ ਹੋਰ ਕਮਿਊਨਿਟੀ 'ਚ ਪੈਦਾ ਹੋਇਆ ਹੈ। ਤੇ ਇੱਕ ਦਿਨ ਮੈਂ ਜਦੋਂ ਅਹਿਮਦੀਅਤ ਕਬੂਲ ਕਰਨੀ ਸੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਉੱਧਰ ਜਾ ਕੇ ਵਾਪਸ ਈਸਟ ਲੰਡਨ, ਮੈਂ ਕਿਹਾ ਮੈਂ ਚੱਲਾਂ, ਤੁਸੀਂ ਆ ਜਾਓ, ਵੇਖ ਲਓ ਜੇ ਬਚਣਾ ਤਾਂ। ਤੇ ਕਹਿੰਦੇ ਨਹੀਂ ਅਸੀਂ ਨਹੀਂ ਆ ਸਕਦੇ, ਸਾਡੇ ਹੱਥ ਬੰਨੇ ਆ। ਮੈਂ ਕਿਹਾ ਮੈਂ ਖੋਲ ਦਿੰਦਾ, ਦੱਸੋ ਕਿਹਦੇ ਨਾਲ ਗੱਲ ਕਰਨੀ ਆ, ਮਰਨਾ ਤਾਂ ਇੱਕ ਦਿਨ ਹੈ ਨਾ ਸਾਰਿਆਂ ਨੇ। ਉਸ ਨੂੰ ਦੇਖਦੇ ਹੋਏ ਮੈਂ ਅਹਿਮਦੀਅਤ ਕਬੂਲ ਕਰ ਲਈ, ਉਮਰਾ ਵੀ ਕੀਤਾ, ਕਾਦੀਆਂ ਵੀ ਗਿਆ। ਇੱਕ ਸਜਦੇ ਦੇ ਵਿੱਚ ਜਦੋਂ ਮੈਂ ਅੰਦਰ ਜਾ ਕੇ ਕਾਦੀਆਂ 'ਚ, ਮੈਂ ਮਟੀਰੀਅਲਿਸਟਿਕ ਪਹਿਲਾਂ ਇਨਸਾਨ ਸੀਗਾ, ਦੁਨਿਆਵੀ ਖੁਆਇਸ਼ਾਂ ਸੀਗੀਆਂ, ਲੇਕਿਨ ਹੁਣ ਨਹੀਂ ਹੈਗੀਆਂ ਉਸ ਟਾਈਮ। ਪਰ ਮੈਂ ਅੱਲਾਹ ਤਾਲਾ ਨੂੰ ਕਿਹਾ ਮੈਂ ਆ ਗਿਆ, ਮੇਰੇ ਲਈ ਆਸਾਨੀ ਪੈਦਾ ਕਰੀ। ਇਹ ਨਹੀਂ ਸੀ ਕਿ ਉਦੋਂ ਠੰਡ ਬਹੁਤ ਸੀ ਜਾਂ ਗਰਮੀ ਸੀਗੀ, ਮੇਰਾ ਵੈਸੇ ਹੀ ਲੂ ਕੰਡਾ ਖੜਾ ਹੋ ਗਿਆ, ਗੂਜ਼ ਬੰਪਸ ਮੈਂ ਫੀਲ ਕਰਨੇ ਸ਼ੁਰੂ ਕਰਤੇ। ਮੈਨੂੰ ਲੱਗਿਆ ਕਿ ਹਾਂ ਇੱਥੇ ਇਸ ਤਰ੍ਹਾਂ ਦੀ ਸਪਿਰਿਚੁਅਲ ਐਨਰਜੀ ਆ ਜਿਹੜੀ ਕਿ ਮੈਨੂੰ ਹੋਰ ਲੈਣੀ ਚਾਹੀਦੀ ਆ। ਮੈਂ ਦੁਆ ਕਰਦਾ ਗਿਆ। ਜਦੋਂ ਮੈਂ ਵਾਪਸ ਆਇਆ 2 ਮਹੀਨਿਆਂ ਬਾਅਦ ਮੇਰੀ ਮੁਲਾਕਾਤ ਆ ਗਈ ਹਜ਼ਰਤ ਸਾਹਿਬ ਨਾਲ। ਇੱਕ ਹੋਰ ਇਨਸਾਨ ਮੇਰੀ ਮੁਲਾਕਾਤ ਕਰਾਉਣ ਲੈ ਕੇ ਗਿਆ, ਉਹ ਨਾ ਉਰਦੂ ਜਾਣ